अस्सलाम वालेकुम ख़वातीन और हज़रात, वक्त होता है आपके हस्बे हाल का। मैं हूँ जिसका मेज़बान जुनैद सलीम। नज़म शो का आगाज़ कर रहे हैं गाँव की पंचायत से। जी अस्सलाम वालेकुम सर। क्या हाल है जैसा आपके? ठीक है, अल्लाह का शुक्र है जुनैद बचिया, रब सोने ने मौजां लाइयां। जैसा डेंगू से बच के रहिएगा, आजकल बहुत बुरी तरह फैला हुआ है। अल्लाह जी हाँ जी, ਤਗੜਿਆਂ ਲੋਕਾਂ ਨੂੰ ਕੀ ਕਹਿਣਾ ਡੈਂਗੀ ਸ਼ੈਂਗੀ ਨੇ ਇਹ ਤੇ ਅੰਦਰਾਂ 'ਚ ਬੜੇ ਹੁੰਦੇ ਨੇ ਏਸੀ ਉਸੀ ਲਾ ਕੇ ਡੇਂਗੀ ਤੇ ਭਾਈ ਜੀ ਨੇ ਗਰੀਬਾਂ ਵਾਸਤੇ और मैं तो चौधरी साहब को सिर्फ इसलिए खबरदार कर रहा था कि चौधरी साहब को मच्छर ने आके काट के चले नहीं जाना। 3-4 मच्छरों ने चौधरी साहब को अपने घर ले जाना है, फिर आराम से शौक पूरा करना है। ਘਰ ਘਰ ਨਹੀਂ ਲੈ ਜਾਣਾ ਉੱਥੇ ਮੰਜੀ ਤੇ ਲੰਮਿਆਂ ਪਾ ਕੇ ਅਗਲਿਆਂ ਨੇ ਹੱਥੀ ਪੈ ਜਾਣਾ ਐਵੇਂ ਹੱਥੀ ਪੈ ਜਾਓਗੇ। ਮੈਂ ਤਾਂ ਮੱਛਰਦਾਨੀ ਚੋਂ ਬਾਹਰ ਹੀ ਨਹੀਂ ਨਿਕਲਦਾ। ਬਾਹਰ ਵਾਲ ਜੁਨੈਦ ਸਾਹਿਬ ਅਸੀਂ ਤੇ ਚੌਰੀ ਨਾਲ ਵੀ ਮੁਕਾਤੀ ਅਸੀਂ ਤੇ ਇੱਜ਼ਤ ਕਰਦੇ ਹਾਂ ਇਹਦੇ ਬਜ਼ੁਰਗਾਂ ਦੀ ਵਜ੍ਹਾ ਤੋਂ ਆ ਨਾ ਉਮਰ 'ਚ ਸਾਡੇ ਨਾਲੋਂ ਛੋਟਾ ਚੌਰੀ ਤੇ ਅਸੀਂ ਆਨੇ ਚਲੋ ਕੋਈ ਗੱਲ ਨਹੀਂ। ਇਹਨਾਂ ਦੇ ਵਾਲਦ ਸਾਹਿਬ ਜਿਹੜੇ ਨੇ ਉਹ ਚੰਗੇ ਬੰਦੇ ਹਨ। ਦਾਦਾ ਇਹਨਾਂ ਦਾ ਬੜਾ ਬੀਬਾ ਆਦਮੀ ਸੀ ਤੇ ਇਹਨਾਂ ਨੇ ਤੇ ਅਖੀਰ ਕਰ ਛੱਡੀ ਗਏ। चौधरी साहब बता रहे थे कि मेरे वालिद साहब इनके घर का सारा खर्चा उठाते रहे। कहते हैं कि बकायदा वो गंदम चावल हर चीज हमारे घर से जाती ਨਾ थी। ਨਾ ਬੱਚਿਆ, ਆਸਾਨ ਕੀਤਾ ਨਹੀਂ ਦੱਸੀਦਾ, ਬਾਏ ਨੂੰ ਰਾਜ ਰੱਖੀਦਾ। ਅੱਲਾ ਨਾਲ ਸੌਦੇ ਕੀਤੇ ਆ ਵੱਡਿਆਂ ਨੇ। लानल सौदे क्या मतलब? सारा कुछ आपने मुझे खुद बताया हुआ है। ਡੇਡੀ ਤੇ ਜੁਨੈਦ ਸਾਹਿਬ ਚੌਰੀ ਸਾਹਿਬ ਨੂੰ ਇਹ ਪੁੱਛੋ ਸਾਡੇ ਕਿਹੜੇ ਵੱਡੇ ਕੋ ਲਾਈਨ 'ਚ ਲੱਗ ਕੇ ਤੇ ਰਾਸ਼ਨ ਲੈਂਦੇ ਹਨ, ਮਿਹਨਤ ਕਰਦੇ ਹਨ ਤੁਹਾਡੀਆਂ ਪੈਲੀਆਂ ਦੇ ਉੱਤੇ ਤੇ ਤੁਸੀਂ ਮੁਆਵਜ਼ੇ ਦੇ ਤੌਰ ਤੇ ਜੇ ਦਾਣੇ ਵੀ ਦਿੰਦੇ ਉਦੋਂ ਇਹ ਆਪ ਇਹਨਾਂ ਕੋਲ ਸਾਰੀ ਜ਼ਿੰਦਗੀ ਦੇਣ ਵਾਸਤੇ ਪੈਸੇ ਦੇ ਆਏ ਨਹੀਂ। ਇਹਨਾਂ ਹਮੇਸ਼ਾ ਵਾਢੀ ਕਰਨ ਵਾਲੇ ਕੀ ਤੇ ਬੀਜਣ ਵਾਲੇ ਕੀ ਸਾਰਿਆਂ ਨੂੰ ਦਾਣੇ ਚੁਕਾਏ ਨੇ। सेपी ਜੁਨੈਦ ਸਾਹਿਬ ਗੱਲ ਇਹ ਕਰਨਾ ਇਹ ਹਾਂ ਕਿ ਅਸੀਂ ਤੇ ਹੁਣ ਇਹਨਾਂ ਨਾਲ ਗੱਲ ਕਰਨੀ ਛੱਡਤੀ ਏ। ਚੌਧਰੀ ਸਾਹਿਬ ਹੋਣ ਤੇ ਜਾਂ ਸਾਡਾ ਸ਼ਰੀਕਾ ਹੋਵੇ, ਅਸੀਂ ਤਾਂ ਸਿੱਧਾ ਤੁਹਾਡੇ ਕੋਲ ਆਉਂਦੇ ਆ, ਤੁਹਾਡੀ ਮਿਹਨਤ ਕਰਨੇ ਆ ਕਿ ਆਹ ਗੱਲ ਤੇ ਆਹ ਬਾਤ ਜੇ ਕੋ ਤੁਸੀਂ ਵੀ ਨਾ ਹੋ ਤੇ ਕਿੱਥੇ ਜਾਈਏ ਸੀ, ਕਿੱਥੇ ਜਾਈਏ ਦੋ ਨਹੀਂ ਪੁੱਤਰ ਰਾਣਾ ਅੱਲਾ ਤੇਰੀਆਂ ਜ਼ਿੰਦਗੀਆਂ ਕਰੇ ਪੁੱਤਰ। ਤੈਨੂੰ ਤੇ ਵਜ਼ੀਰ ਆਲਾ ਨੇ ਵੀ ਕਹਿਣਾ ਕਿ ਇੱਧਰ ਆ ਰਾਣਾ ਸਾਹਿਬ ਮੈਨੂੰ ਤਾਂ ਹਸਾ ਕੇ हाँ ਤੂੰ ਸਾਲਾ ਅੱਲਾ ਦੀ ਰਹਿਮਤ ਨਾਲ ਜੀਏ ਕੋ ਤੂੰ ਘਟਦਾ ਵਾਲਾ ਤੇ ਥੋੜਾ ਬਸ ਤੇਰੀਆਂ ਮਿਹਰਬਾਨੀਆਂ ਚਾਚਾ, ਮੈਂ ਇਸ ਲਾਇਕ ਕਿੱਥੇ ਹਾਂ। ਉਹ ਨਹੀਂ ਮੇਰੇ ਆ ਬੱਚੇ ਆ ਅੱਲਾ ਤੇਰੀ ਤੇ ਜੁਨੈਦ ਸਾਹਿਬ ਅਸੀਂ ਹੁਣ ਗੱਲ ਜਿਹੜੀ ਹੁਣ ਕਰਨ ਲੱਗੇ ਨਾ ਹੁਣ ਕੰਨ ਤੇਰਾ ਖੋਲ ਕੇ ਸੁਣਨੀ ਜੇ। ਮਿਹਰਬਾਨੀ ਤੁਹਾਡੀ। ਗੱਲ ਇਹ ਵੇ ਕਿ ਝੂਠ ਸਾਧ ਦਾ ਨਿਤਾਰਾ ਹੋਣਾ ਚਾਹੀਦਾ ਹੈ। ਅਸੀਂ ਝੂਠ ਨਾਲ ਨਹੀਂ ਜ਼ਿੰਦਗੀ ਗੁਜ਼ਾਰ ਸਕਦੇ। बताएं। ਅਸੀਂ ਤਾਂ ਸੱਚ ਬੋਲਣਾ ਭਾਵੇਂ ਸਾਨੂੰ ਵੜ ਛੱਡਣ। और ठीक है, बात तो बताएं चौधरी साहब। ਉਹ ਗੱਲ ਇਹ ਹੋਈ ਏ ਹਾਂ ਬੋਲਣਾ ਸੱਚ ਭਾਵੇਂ ਸਿਰ ਦੀ ਬਾਜੀ ਲੱਗ ਜੇ। ਜੁਨੈਦ ਸਾਹਿਬ ਆ ਜਿਹੜਾ ਭਰਾ ਮੇਰਾ ਬੈਠਾ ਜੇ ਸਕਾ ਭਰਾ ਤੇ ਸ਼ਰੀਕਾ ਬਣ ਗਏ ਆ। ਇਹਦੇ ਆ ਜਿਹੜਾ ਮੁੰਡਾ ਮੇਰਾ ਬੈਠਾ ਜੇ ਖੱਬੇ ਹੱਥੇ ਦਾ ਮੁੰਡਾ भतीजा आपका। ਭਤੀਜਾ ਮੇਰਾ ਇਹਦਾ ਰਿਸ਼ਤਾ ਵੇਖਣ ਤੇ ਆਏ ਨੇ ਕੋਈ ਜੀ ਪਿੰਡ 'ਚ। ਹੁਣ ਸਾਨੂੰ ਕੀ ਪਤਾ ਸਾਡੀ ਜਾਣੇ ਬਣਾ ਰਿਸ਼ਤਾ ਵੇਖਣ ਆਏ ਨੇ। ਸਿੱਧੀ ਗੱਲ ਏ। ਰਾਣਾ ਸਾਹਿਬ ਬੈਠੇ ਹਨ ਪਿੰਡ ਦੀ ਨੁੱਕਰ ਦੇ ਉੱਤੇ, ਲਾਰੀ ਵਾਲਾ ਸਟਾਫ ਤੋਰਾ ਰਾਣਾ ਸਾਹਿਬ ਬਹਿ ਕੇ ਉੱਥੇ 4-5 ਬੰਦਿਆਂ ਪੁੱਛ ਲਿਆ ਕਿ ਗਵਰਨਮੈਂਟ ਦਾ ਕੀ ਬਣੇਗਾ। ਹੁਣ ਰਾਣੇ ਤੋਂ ਇਲਾਵਾ ਕਿਹਦੇ ਕੋਲ ਪੁੱਛਣ? ਸਿਆਸੀ ਗੱਲ ਹੋਣੀ ਉੱਤੇ, ਕੋਈ ਆਹੀ ਗੱਲ ਨਹੀਂ। ਇਹ ਉਹਨਾਂ ਨੇ ਪੁੱਛਿਆ ਰਾਣਾ ਸਾਹਿਬ ਕੀ ਬਣੇਗਾ। ਰਾਣਾ ਸਾਹਿਬ ਲੱਗੇ ਨੇ ਪਰਵੇਜ਼ ਲਈ ਦੇ ਵੱਡਿਆਂ ਦੇ ਬਜ਼ੁਰਗਾਂ ਦੀਆਂ ਗੱਲਾਂ ਦੱਸਣ ਤੇ ਬਾਂਦੇ ਆ ਕੇ गुफ्तगू कर रहे थे, साथ वो परात में रख के पतीसा बेच रहे थे। बड़ी बात है। ਅੱਡੀ ਉਹ ਤੇ ਫਿਰ ਮਿਹਨਤ ਨਾਲ ਕਰਨੀ ਹੈ ਨਾ ਜੀ। ਤੇ ਜ਼ਾਹਿਰ ਸੌਦਾ ਲੱਗਾ ਹੀ ਹੋਵੇ ਤੇ ਫਿਰ 4 ਜੀ ਇਕੱਠੇ ਹੁੰਦੇ। ਮਜ਼ਦੂਰੀ ਕਰਨਾ ਮੇਣਾ ਨਹੀਂ, ਮਿਹਨਤ ਨਾਲ ਯਾਰੀ ਲਾ ਲਈਏ। ਸਦਕੇ ਜਾਵਾਂ ਪਤੀਸੇ ਦੇ ਉੱਤੇ ਜਦੋਂ ਇਹੋ ਜਿਹੀ ਆਵਾਜ਼ ਲਾਉਂਦੇ ਨੇ ਸਰੀਲੀ ਤੇ ਗਾਹਕ ਤੇ ਉੱਡ ਕੇ ਆਉਂਦਾ ਜੇ ਜਿਵੇਂ ਅੰਬ ਤੇ ਮੱਖੀ ਆਉਂਦੀ ਏ। ਤਾਇਆ ਗੱਲ ਦੱਸ, ਤਰੀਫਾ ਨਾ ਕਰ। ਇੱਕ ਮਿੰਟ ਠਹਿਰ ਜਾ, ਇੱਕ ਮਿੰਟ ਸਾਹ ਛੁਰੀ ਥੱਲੇ ਸਾਹ ਲੈ। ਜੁਨੈਦ ਸਾਹਿਬ ਆਪਣੇ ਆਰੇ ਲੱਗੇ ਹਨ ਆਪਣੀ ਪੋਲੀਟੀਕਲ ਗੁਫ਼ਤਗੂ ਕਰਨ ਜਾ ਤੇ ਉੱਥੇ ਆ ਗਏ ਕੋਈ ਫੈਮਿਲੀ ਤੇ ਉਹਨਾਂ ਆਖਿਆ ਕਿ ਗੱਲ ਸੁਣੋ ਜੀ, ਆਪਣਾ ਤੁਸੀਂ ਇਸੇ ਪਿੰਡ ਦੇ ਹੀ ਹੋ। ਰਾਣਾ ਸਾਹਿਬ ਨੇ ਕਿਹਾ ਗੱਲ ਸੁਣੋ ਪਿੰਡ ਉਹਨਾਂ ਨੂੰ ਮੈਂ ਹੀ ਨਜ਼ਰ ਆਇਆ, ਹਾਂ ਹੋਰ ਵੀ ਕੋਈ ਨਜ਼ਰ ਆ ਸਕਦਾ। ਯਾਰ ਪੁੱਤਰ ਉਹਨਾਂ ਦਾ- ਜਦ ਪਹਿਲੇ ਦੀ 4 ਬੰਦੇ ਤੇਰੇ ਕੋਲ ਸਲਾਹ ਲੈਣ ਦੇ ਨੇ ਗਵਰਨਮੈਂਟ ਦੇ ਮੁਤਲਕ ਤੇ ਉਹਨਾਂ ਨੂੰ ਫਿਰ ਨਜ਼ਰ ਆ ਗਿਆ ਕਿ ਬੰਦਾ ਸਿਆਣਾ ਇਹ ਹੀ ਹੈ ਪਿੰਡ ਦਾ। ਅੱਲਾ ਨੇ ਤੈਨੂੰ ਬੜੀ ਇੱਜ਼ਤ ਦੇਣੀ ਚਾਚਾ। ਤੇ ਉਹਨਾਂ ਆਖਿਆ ਕਿ ਭਾਈ ਜੀ ਸਲਾਹ ਲੈਣੀ ਸੀ ਇੱਕ ਤੁਹਾਡੇ ਕੋਲੋਂ, ਜੇ ਤੁਸੀਂ ਇਸੇ ਪਿੰਡ ਦੇ ਹੋ ਤੇ। ਰਾਣਾ ਸਾਹਿਬ ਨੇ ਕਿਹਾ ਬਿਲਕੁਲ ਹੁਕਮ ਕਰੋ, ਤੁਸੀਂ ਆਰਡਰ ਕਰੋ।
ਤੇ ਬਾਕੀ ਗਾਹਕ ਉੱਠ ਕੇ ਟੁਰ ਗਏ ਫੈਮਿਲੀ ਵੇਖ ਕੇ। ਉਹਨਾਂ ਕਿਹਾ ਕੋਈ ਫੈਮਿਲੀ ਮੈਟਰ ਹੋਣਾ ਤੇ ਚਲੋ ਕਰ ਲੈਣ ਗੱਲ ਜਿਹੜੀ ਕਰਨੀ ਨੇ। ਉਹਨਾਂ ਪੁੱਛਿਆ ਜੀ ਭਾਈ ਜੀ ਤੁਹਾਡਾ ਨਾਂ ਕੀ ਹੈ? ਰਾਣਾ ਸਾਹਿਬ ਦੱਸਿਆ ਜੀ ਮੇਰਾ ਨਾਂ ਰਾਣਾ ਅਸ਼ਰਫ ਹੈ। ਪਹਿਲਾਂ ਮੈਨੂੰ ਮਹਿਸੂਸ ਹੋਇਆ ਚਾਚਾ ਵੀ ਰਾਣੇ ਅਸ਼ਰਫ ਨੂੰ ਤੇ ਦੁਨੀਆ ਜਾਣਦੀ ਹੈ, ਕਿਉਂ ਪੁੱਛਣ ਡੇ ਨੇ? ਬਾਹਰੋਂ ਜੋ ਆਏ ਹਨ ਪੁੱਤਰ, ਬਾਹਰੋਂ ਆਏ ਦੂਰੋਂ ਆਏ ਬੰਦੇ, ਉਹਨਾਂ ਨੂੰ ਕੀ ਪਤਾ। ਇਹਨਾਂ ਦੱਸਿਆ ਜੀ ਨਾ ਮੇਰਾ ਜਨਾਬ ਰਾਣਾ ਅਸ਼ਰਫ ਹੈ। ਤੇ ਉਹ ਆਖਣ ਲੱਗੇ ਗੱਲ ਸੁਣੋ ਅਸ਼ਰਫ ਸਾਹਿਬ। ਇਹਨਾਂ ਕਿਹਾ ਗੱਲ ਸੁਣੋ, ਤੁਹਾਨੂੰ ਦੱਸਿਆ ਰਾਣਾ ਅਸ਼ਰਫ ਮੇਰਾ ਰਾਣਾ ਅਸ਼ਰਫ ਤੇ ਤੁਸੀਂ ਨਿਰਾ ਅਸ਼ਰਫ ਨਾ ਆਖੋ। ਤੇ ਬਾਹਰ ਵਾਲਾ ਉਹਨਾਂ ਫਿਰ ਰਾਣਾ ਹੀ ਆਖਿਆ ਜਾ ਰਿਹਾ। ਉਹਨਾਂ ਨੇ ਆਖਿਆ ਕੰਮ ਅੱਲਾ ਨੂੰ ਜਾਣ ਦੇਣੀ, ਉਹਨਾਂ ਆਖਿਆ ਰਾਣਾ ਅਸ਼ਰਫ। ਪੁੱਤਰ ਕਹਿੰਦੇ ਕਿ ਗੱਲ ਕਿਹੜੀ ਪਿਆ ਕਰਨੇ? ਉਹਨਾਂ ਕਿਹਾ ਰਾਣਾ ਅਸ਼ਰਫ ਸਾਹਿਬ ਗੱਲ ਇਹ ਵੇ ਕਿ ਅੱਜ ਇੱਥੇ ਰਹਿੰਦਾ ਇੱਕ ਰਹਿਮਤੁल्ला ਤੁਹਾਡੇ ਪਿੰਡ 'ਚ, ਉਹਦਾ ਮੁੰਡਾ ਇਸ਼ਦਾਦ, ਇਹਦਾ ਉਹਨਾਂ ਜ਼ਿਕਰ ਕੀਤਾ ਤੇ ਉਹਨਾਂ ਕਿਹਾ ਅਸੀਂ ਆਏ ਆ ਉਹਦੇ ਰਿਸ਼ਤੇ ਆਸਤੇ, ਸਾਡੀ ਬੱਚੀ ਏ ਤੇ ਤੁਸੀਂ ਵੀ ਬੱਚੀਆਂ ਵਾਲੇ ਹੋ। ਰਾਣਾ ਸਾਹਿਬ ਕਿਹਾ ਜੀ ਬਿਲਕੁਲ ਜਨਾਬ, ਕਿਉਂ ਨਹੀਂ, ਸਿਰ ਮੱਥੇ ਤੇ। ਉਹਨਾਂ ਕਿਹਾ ਮੁੰਡਾ ਜਰਾ ਦੱਸੋ ਕਿਹੋ ਜਿਹਾ ਇਸ਼ਦਾਦ, ਕਰੈਕਟਰ ਦਾ ਕਿਹੋ ਜਿਹਾ? ਇਹਨਾਂ ਦੱਸ ਛੱਡਿਆ। ਉਹਨਾਂ ਕਿਹਾ ਜੀ ਉਹ ਤੇ ਸਾਡੀ ਉਹਨਾਂ ਦੀ ਰਿਸ਼ਤੇਦਾਰੀ ਵੀ ਹੈ ਤੇ ਮੁੰਡਾ ਉਹ ਜੂਆ ਖੇਡਦਾ ਜੀ। ਇਹ ਦੇਖੋ ਇਹ ਉਹ ਕੰਮ ਕੀਤਾ ਜਿਹੜੇ ਦੁਸ਼ਮਣ ਵੀ ਨਹੀਂ ਕਰਦੇ। ਉਹ ਤਾਂ ਮੈਂ ਕਿਸੇ ਦੀ ਧੀ ਭੈਣ ਦੀ ਜ਼ਿੰਦਗੀ ਬਰਬਾਦ ਕਰ ਦਵਾਂ? ਜਦੋਂ ਤੇਰਾ ਵਿਆਹ ਸੀ ਮੈਂ ਤਾਏ ਨੂੰ ਕੁਝ ਦੱਸਿਆ ਪਹਿਲੇ ਕੀ ਕਰਦਾ ਸੀ? ਨਹੀਂ ਤੇ ਹਾਲੀ ਤੇ ਮੈਂ ਦੱਸਿਆ ਹੀ ਨਹੀਂ ਵੀ ਹਰ ਵਿਆਹ ਤੇ ਮੁੰਡਾ ਨੱਚਦਾ। ਰਾਣਾ ਸਾਹਿਬ ਤੁਸੀਂ ਡਾਇਰੈਕਟ ਗੱਲ ਹੀ ਨਾ ਇਹਦੇ ਨਾਲ ਕਰੋ, ਤੁਹਾਡਾ ਬਣਦਾ ਹੀ ਨਹੀਂ। ਹਾਂ ਮੇਰੇ ਸਭ ਕੁਝ ਤੁਸੀਂ ਇਹ ਦੱਸੋ ਭਾਈ ਜੀ, ਤੁਸੀਂ ਜੂਆ ਨਹੀਂ ਖੇਡਦੇ? ਤਾਇਆ ਖੇਡਣਾ ਸੀ, ਪਹਿਲੇ ਖੇਡਣਾ ਸੀ ਨਾ। ਆ ਜਿਹੜੀ ਕੁੱਤਿਆਂ ਦੀ ਰੇਸ ਪਿੰਡ 'ਚ ਹੁੰਦੀ ਏ, ਉਹਦੇ ਤੇ ਪੈਸੇ ਲਾਉਣਾ ਹੀ, ਉੱਥੇ ਰੰਗ ਲਾਉਣ ਜਾਂਦੇ ਉਹਨਾਂ ਨੂੰ। ਪੈਸੇ ਹੀ ਲਾਣਾ। ਤੇ ਫੇਰ ਜੇ ਉਹਨਾਂ ਪੁੱਛਿਆ ਇੱਕ ਧੀ ਆ, ਧੀ ਭੈਣਾਂ ਦਾ ਮਸਲਾ ਜਿਹੜਾ ਉਹਦਾ ਸੱਚ ਬੋਲਣਾ ਚਾਹੀਦਾ। ਜੇ ਉਹਨਾਂ ਨੇ ਪੁੱਛਿਆ ਕਿ ਮੁੰਡਾ ਕਿਹੋ ਜਿਹਾ ਤੇ ਉਹਨੇ ਤੇ ਇਹੀ ਕਹਿਣਾ ਸੀ ਜੂਆ ਖੇਡਦਾ, ਹੋਰ ਕੀ ਆਂਦੇ 2020 ਖੇਡਦਾ। ਚਲੋ ਕਹਿ ਸਕਦਾ ਸੀ ਕਿ ਇੱਜ਼ਤ ਦੀ ਖਾਤਰ ਬੰਦਾ ਕਹਿ ਦਿੰਦਾ ਵੀ ਸਾਡੇ ਅਜ਼ੀਜ਼ੋ ਘਰ ਨੇ। ਉਹ ਮੈਂ ਝੂਠ ਬੋਲ ਕੇ ਆਪਣੀ ਕਬਰ ਭਾਰੀ ਕਰਦਾ। ਭਾਈਆ ਜੇ ਇੱਕ ਦਿਨ ਖੇਡ ਲਿਆ ਤੇ ਉਹਨੂੰ ਜੂਆ ਨਹੀਂ ਕਹਿੰਦੇ। ਇੱਕ ਦਿਨ ਨਹੀਂ, ਮੈਂ ਆਪ ਵੇਖਿਆ ਸ਼ਾਕੋ ਦੇ ਮੁੰਡਿਆਂ ਦਾ ਜਿਹੜਾ ਕੁੱਕੜ ਲੜਾਉਂਦੇ ਹਨ ਤੇ ਸੀ। ਇਹਦੇ ਕੋਲ ਪੁੱਛ, ਮੈਂ ਕੋਲ ਬੈਠਾ ਹਾਂ, ਇਹਨੇ ਉਹਦੇ ਨਾਲ ਕਿਲੋ ਕੜਾਈ ਸ਼ਰਤ ਲਾਈ ਹੈ। ਹਾਲੀ ਮੈਂ ਦੱਸਦਾ ਨਾ ਉਹਨਾਂ ਨੂੰ ਦੱਸਦਾ ਨਾ ਵੀ ਇਹ ਹਰ ਵਿਆਹ ਤੇ ਨੱਚਦਾ, ਤੇ ਉਹਨਾਂ ਨੇ ਇਹਨੂੰ ਘਰ ਮਾਰ ਕੇ ਜਾਣਾ ਸੀ ਉਹਨਾਂ ਨੇ। ਇਹ ਤੁਸੀਂ ਆਪ ਜਨਾਬ ਅੱਲਾ ਦੀ ਰਹਿਮਤ ਨਾਲ ਫੈਮਿਲੀ ਵਾਲੇ ਖਾਨਦਾਨੀ ਆਦਮੀ ਹੋ, ਦੱਸੋ ਇਹਦੇ ਗਲਤ ਕੀ ਕੀਤਾ ਰਾਣਾ ਸਾਹਿਬ? ਤਾਇਆ ਇਸ ਲਈ ਨਾ ਕੀਤਾ ਸੀ, ਉਹ ਜੇਸ ਘੱਟ ਦੇਣਦੇ ਸਨ। ਉਦੋਂ ਤੁਸੀਂ ਉਹਨਾਂ ਦੇ ਕੋਲ ਬੈਠੇ ਸੀ, ਤੁਸੀਂ ਮਨਾ ਕਰ ਸਕਦੇ ਸੀ। ਨਹੀਂ ਤੇ ਜੇ ਹੀ ਘੱਟ ਵੱਧ ਕਿ ਤੂੰ ਕਿਹੜਾ ਐਡਾ ਤੂੰ ਪੀਕੋ ਕੰਪਨੀ 'ਚ GM ਲੱਗਾ ਤੂੰ ਅੱਲਾ ਦਾ ਸ਼ੁਕਰ ਕਰ ਕੋ ਤੈਨੂੰ ਰਿਸ਼ਤਾ ਦੇਣ ਦੇ ਨਾਲ ਤੂੰ ਜਹੇਜ ਵੀ ਮੰਗਣ ਦੇ ਆ। ਇਹ ਜਿਹੜਾ ਰਿਸ਼ਤਾ ਤੁਸੀਂ ਹੁਣ ਖਰਾਬ ਕੀਤਾ ਉਹ ਤੇ ਗੱਡੀ ਵੀ ਦੇਣ ਦੇ ਸਨ। ਉਹ ਗੱਡੀ ਉਹ ਲੱਕੜ ਦੀ ਜਿਹਦੇ ਉੱਤੇ ਬਹਿ ਕੇ ਮੰਗਣਾ ਤੂੰ। ਕੰਮ ਤੇ ਤਾਂ ਕਿਸੇ ਲੱਗ ਫਕੀਰਾ ਜੇ ਆ, ਪਿਓ ਦੇ ਪੈਸੇ ਤੇ ਤੂੰ ਐਸ਼ ਕਰਨ ਦੇ ਆ। ਤੇ ਜੁਨੈਦ ਸਾਹਿਬ ਰੱਬ ਦੀ ਰਹਿਮਤ ਨਾਲ ਇਹ ਉਹਦੇ ਕਰਮ ਜੇ, ਇਹ ਮੇਰੇ ਨੀਲੀ ਛਤਰੀ ਵਾਲੇ ਦੇ ਕਰਮ ਜੇ। ਜੁਨੈਦ ਸਾਹਿਬ ਅੱਜ ਤੱਕ 3.5 ਸਾਲ ਹੋ ਗਏ ਨੇ ਆ ਮੁੰਡੇ ਮੇਰੇ ਨੂੰ, ਜਵਾਈ ਮੇਰਾ ਬਣਿਆ, एक दिन कभी इन्हें नहीं आख्या कि भाई मैंने 10 नोट दियो। नहीं, इनके बारे में तो ना सिगरेट तक नहीं पीते राणा साहब। बाबू जी इको बार जिंदगी च सिगरेट पीता, ओ मैनू अथू लगा, ओ खंघ आई मैनू, मुड़ के मैं सिगरेट नूं हाथ नहीं लाया। बहुत अच्छा किया, बहुत अच्छा किया। चेहरा बर्बाद हो जाता है ज्यादा स्मोकिंग करने से। मेरी जान अल्लाह दी रहमत नाल गैरतां वाला ते हज़ार वाला मुंडा है। तेरा बर्बाद हो जाता, ये समझ नहीं आई कोई गल। पुत्र हद हो गई राणा साहब, ਜਿਹੜੇ ਜੱਤੀ ਸੱਤੀ ਹੁੰਦੇ ਨੇ ਨਾ ਮੁੰਡੇ, ਉਹਨਾਂ ਨੂੰ ਆਪਣੇ ਚਿਹਰੇ ਮੋਰੇ ਦਾ ਵੀ ਤੇ ਖਿਆਲ ਰੱਖਣਾ ਚਾਹੀਦਾ। ਕਹਿੰਦੇ ਸਹੀ ਨਹੀਂ ਹੋ। ਹੁਣ ਮੈਂ ਤੁਹਾਨੂੰ ਕੁਝ ਬਣ ਕੇ ਵਿਖਾਵਾਂਗਾ। ਉਹ ਸਾਨੂੰ ਕੀ ਬਣ ਕੇ ਵਿਖਾਉਣਾ, ਤੂੰ ਇਹੀ ਰਿਸ਼ਤਾ ਦੇਣਾ ਤੈਨੂੰ? ਉਹ ਤੇ ਚਲੇ ਗਏ ਲੋਕ। ਬੰਦਾ बन जाए तो बड़ी गल है, बन के तो की बहाना, तू बड़ा पायलट बन जाना। लेकिन आपको थोड़ा एहसास नहीं होता, कोई थोड़ी सी नदामत है कि आप किस अजीम बाप के बेटे हैं? ओए ओ अजीम बाप ही तेरे मगर लगा जे आ जेड़ा अजीम बाप जे हुण एदी सुन लवो ते मैं तुहानू की दसां भरा मेरा। बताएं मां जाया मैनू शर्म आउंदी है। बताएं ना, उसमें क्या खराबी है? ये ते जुनैद साहब 7-8 साल कुपी पींदा रहा जी आप। ਇਹ ਤਾਂ ਮੈਂ ਇੱਕ ਵਾਰੀ ਥਾਣੇਦਾਰ ਨੂੰ ਦਿੱਤਾ 8,500 ਰੁਪਈਆ ਤੇ ਇਹਨੂੰ ਛਿੱਤਰ ਮਰਵਾਏ ਨੇ। ਉਹਨੇ ਫਿਰ ਖੜ ਕੇ ਥਾਣੇ ਪਾ ਲਿਆ ਲੰਮਿਆ। ਉਹਨੇ ਕਿਹਾ ਅੱਜ ਤੇਰੀ ਖੂਬੀ ਸਾਰੀ ਮੈਂ ਇੱਥੇ ਕੱਢਾਂਗਾ। ਉਹ ਜਵਾਨੀ ਵਾਲਾ ਸੀ ਜਦੋਂ ਮੈਂ ਪੀਂਦਾ ਸਾਂ। ये आप क्या कह रहे हैं? आप तो मुझे बता रहे थे कि जवानी में आप तबलीग में सरोजे लगाते रहे। ਸਵਾਹ ਸਰੋਜ਼ਾ ਲਾਦਾ ਰਿਹਾ, ਕਿਹੜੀ ਤਬਲੀਗ ਤੇ ਜਾਣਾ ਨੇ। ਇੱਕ ਵਾਰੀ ਗਿਆ ਹਰੇ ਮੇਰੇ ਨਾਲ ਹੀ, ਉੱਥੇ ਉਹ ਮੌਲਾਨਾ ਤਾਰਕ ਜਮੀਲ ਜਿਹੜਾ
ਉਹਦਾ ਪਰਹੇਜ਼ੀ ਫਿੱਕਾ ਕੀਮਾ ਖਾ ਗਿਆ ਸਾਰਾ। ਉਹ ਵਿਚਾਰੇ ਮਰੀਜ਼ ਬੰਦੇ ਉਹ ਕਲਪਦੇ ਫਿਰਨਗੇ, ਮੈਂ ਉਹ ਮੰਗਾਇਆ ਸੀ ਕਾਲੀਆਂ ਮਿਰਚਾਂ ਵਾਲਾ ਕੀਮਾ, ਉਹ ਕੌਣ ਖਾ ਗਿਆ। ਮੈਂ ਮੂੰਹ ਲਕਾਉਂਦਾ ਫਿਰਾਂਗੇ, ਮੈਂ ਹੁਣ ਕੀ ਦੱਸਾਂ। ਆਏ ਇੱਥੇ ਕੋ ਰੱਬ ਦਾ ਨਾਮ ਲੈਣ ਸਾਂ ਤੇ ਕੀਮਾ ਲੈ ਕੇ ਜਾਣ ਡੇ ਆ। ਇਹ ਤਾਂ ਮਸ਼ਹੂਰ ਹੈ, ਇੱਕ ਮਰੀਜ਼ ਦਾ ਪਤਾ ਲੈਣ ਗਿਆ, ਉਹਦਾ ਆਲੂ ਬੁਖਾਰਾ ਖਾ ਗਿਆ ਸੀ। ਜੁਨੈਦ ਸਾਹਿਬ, ਅਸੀਂ ਗਲਤ ਗੱਲ ਨਾ ਕਰਨੀ ਹੈ ਤੇ ਨਾ ਹੀ ਸੁਣਨੀ ਹੈ। ਅਸੀਂ ਨਹੀਂ ਸੁਣਦੇ ਗੱਲ। ਰਾਣਾ ਸਾਹਿਬ ਅੱਲਾ ਦੀ ਰਹਿਮਤ ਡੰਕੇ ਦੀ ਚੋਟ ਤੇ ਗੱਲ ਕਰਨ ਵਾਲੇ ਬੰਦੇ ਨੇ, ਔਰ ਸੱਚੀ ਗੱਲ ਕਰਦੇ ਨੇ, ਔਰ ਡੰਕੇ ਦੀ ਚੋਟ ਤੇ ਕਰਦੇ ਨੇ। ਵੈਸੇ ਤੇ ਆਪ ਬੜਾ ਸੋਹਣਾ ਡੰਕਾ ਵੀ ਵਜਾ ਲੈਂਦੇ ਨੇ। ਦੰਗ ਤਕ 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 ਦੰਗ ਤਕ ਤਕ ਦਾ ਤਕ ਦੰਗ ਦੰਗ। एक कौन सा काम है जो यकम रमजान को शुरू होकर 29 रमजान पे खत्म हो जाता है? जुनैद साहब, मेहनत से कोई यार नहीं, मेहनत से कोई यार नहीं। ये मेहनत मुस्तकिल हो ना, ये सिर्फ रोजों में डंका बजाना ही नहीं एडी गल नहीं यार। दूजे तीजे दिन ते इधर उधर कोई ना कोई सर्कस भी लगदी रहिंदी। नहीं अच्छा, ਇਹ ਕੰਮ ਕਰਨ ਤੇ ਮਿਹਨਤ ਹੈ, ਮੈਂ ਕੁਝ ਕਰਾਂ ਤੇ ਉਹ ਬੁਰਾਈ ਹੈ। ਉਹ ਜੂਆ ਖੇਡਣਾ ਕਿੱਥੋਂ ਦੀ ਮਿਹਨਤ ਹੈ, ਕੋ ਹਜ਼ਾਰ ਥਾਉ ਕਰਿਆ ਕਰ। ਤੈਨੂੰ ਕੀ ਬਣ ਗਈਆਂ ਨੇ? ਤੈਨੂੰ ਕੋਈ ਸ਼ਰਮ ਹੀ ਨਹੀਂ, ਬੜਾ ਤੇਰਾ ਜੇਲਮ ਤੇ ਮੂੜੇ ਵਰਗਾ ਪਿੰਡਾ। ਉਹ ਭਾਈਆ ਤੂੰ ਤੇ ਇੱਕੋ ਹੀ ਗੱਲ ਹੁੰਦਾ। ਭਾਈਆ ਇੱਕੋ ਗੱਲ ਫੜ ਲਈ, ਜੂਆ ਖੇਡਦਾ ਜੂਆ ਖੇਡਦਾ। ਉਹ ਨਾਲ ਕੀ ਕਵਾਂ ਕਿ ਗਾਫ ਵੀ ਖੇਡਦਾ। ਉਹ ਸ਼ਰਮ ਕਰਿਆ ਕਰੋ ਜੁਨੈਦ ਸਾਹਿਬ। ਇਹ ਅੱਲਾ ਦੀ ਰਹਿਮਤ ਦੇ ਨਾਲ ਇਸ ਗੱਲ ਨੂੰ ਪੱਲੇ ਬੰਨਣਾ ਚਾਹੀਦਾ। ਕੋ ਧੀ ਭੈਣ ਦੇ ਰਿਸ਼ਤਿਆਂ ਤੇ ਕੋ ਪੁੱਛਦਾ ਤੇ ਉਹ ਭਾਵੇਂ ਸਕਾ ਭਰਾ ਹੋਵੇ ਤੇ ਭਾਵੇਂ ਉਹਦਾ ਮੁੰਡਾ ਹੋਵੇ, ਅਗਲੇ ਨੂੰ ਸਹੀ ਦੱਸੋ, ਉਹਨਾਂ ਦੀ ਧੀ ਦਾ ਮਸਲਾ ਹੁੰਦਾ ਹੈ। पूरी ईमानदारी के साथ बताना चाहिए एक तरफ, लेकिन दूसरी तरफ ये भी है कि अपनी तरफ से कोई बुराई पैदा करके वो भी नहीं बता देंगे। ਨਹੀਂ ਉਹ ਅੱਲਾ ਨੂੰ ਜਾਣਦੇ ਨਹੀਂ ਆ, ਹੋਰ ਕੋਈ ਗੱਲ ਨਹੀਂ ਕੀਤੀ। पूरी ईमानदारी से बताना। ਰਾਣਾ ਸਾਹਿਬ ਨੇ ਮੈਨੂੰ ਦੱਸਿਆ, ਇਹਨਾਂ ਕਿਹਾ ਗਾਬਾ ਜੀ ਗੱਲ ਸੁਣੋ, ਜੋ ਗੱਲ ਮੈਂ ਉਹਦੀ ਵੇਖੀ ਮੈਨੂੰ ਇਹ ਪਤਾ ਸੀ ਜੂਆ ਖੇਡਦਾ ਮੈਂ ਦੱਸ ਛੱਡਿਆ। कोई अच्छाई भी बताई आपने इसकी? ਨਹੀਂ ਜੀ, ਜਿਹੜੀ ਅੱਛੀ ਗੱਲ ਸੀ ਉਹ ਦੱਸਣੀ ਸੀ। ਦੱਸਿਆ ਉਹਨਾਂ ਨੂੰ ਵੀ ਜੁਮੇ ਦੇ ਜੁਮੇ ਮਸਜਿਦ ਵੀ ਧੋਂਦਾ ਹੈ। अच्छा नाज़रीन, यहाँ पे लेना एक छोटा सा वक्फा, हमारे साथ रहिएगा। ये जो कॉमन स्पैरो है ना, आम चिड़िया जो है, ये 1980 की निस्बत आज हमारे यहाँ 90% कम हो चुकी है। अच्छा भाईजान, हमारी ज़िंदगी में बाज़ चीज़ें जो हैं वो हमारे माजी का हिस्सा बनती जाती हैं, खामोशी से नापैद होती जाती हैं और हमें पता भी नहीं चलता। बाज़ चीज़ों का तो एहसास होता है ना कि फ़लाँ चीज़ थी, कम होती जा रही है। बाज़ चीज़ों का हमें पता ही नहीं चलता कि वो हमारे यहाँ देखने को नहीं मिलती, या कोई आदत है, या कोई चीज़ है, जानदार चीज़ है, या कोई मतलब वो ख़त्म होती जा रही है। उनमें एक बहुत बड़ी एक चीज़ है जो बहुत तेज़ी के साथ ख़त्म हो रही है, ख़त्म हो चुकी है बल्कि, और वो है चिड़िया। हमें किसी को एहसास नहीं है कि चिड़िया जो है वो अब मुश्किल से देखने को मिलती है। आप ये सुन के हैरान होंगे, ये जो कॉमन स्पैरो है ना, आम चिड़िया जो है, ये 1980 की निस्बत आज हमारे यहाँ 90% कम हो चुकी है। यानी 1980 में अगर 100 चिड़िया थी तो अब सिर्फ 10 रह गई है। अच्छा, और सारा मुद्दा अब गुजरा वालियों पे। हाँ, मैं ये कहूँ, आम तौर पे ना जब भी चिड़िया के खात्मे की बात होती है ना, तो हम इसको मजाक में उड़ा देते हैं कि जी गुजरा वाले खा गए हैं चिड़िया। वो भी एक वजह है। ऑन अ वेरी सीरियस नोट, गुजरा वाले जो खाते हैं चिड़िया जिस तादाद में, एक अंदाजा ये है कि 7 से 10 हज़ार चिड़िया रोजाना वो कोयलों पे भून जाते हैं। ठीक है, वो भी एक बड़ी वजह है। लेकिन प्रॉब्लम ये है कि इसकी जो दीगर वजूहात है ना, उनको एड्रेस किया जाना बहुत जरूरी है। अच्छा, पूरी दुनिया में चिड़िया की जो है ना मधुमी, वो तेजी के साथ हो रही है, तेजी के साथ कम हो रही है। लेकिन और वहां पर भी कम नहीं है, मतलब हमारे यहाँ 100 में से 90 चिड़िया कम हो गई है, और पूरी दुनिया में देखा जाए तो 100 में से 60 चिड़िया कम हो गई है, 40 रह गई है। ठीक, अच्छा, इसके खत्म होने की वजह क्या है? ये बड़ा एक सेंसिटिव बर्ड है, बहुत हसास ये परिंदा है। अच्छा, ये कई चीजों से भागता है। ये यूनिवर्सिटी ऑफ एनिमल साइंसेज ने पाकिस्तान में एक तहकीक की थी, जैसे पता चलता था कि 1 मील के इलाके, शहरी इलाके में 750 चिड़िया हैं, जबकि दही इलाके में 1 मील में ये 2750 चिड़िया, यानी 3000 के लगभग। ठीक है,
اور اس کا کیا پولوشن ایک بڑی وجہ ہے, دونوں طرح کی پولوشن. ایک تو ماحول, جہاں پر بھی گندا ماحول ہوگا نا آپ کو وہاں پہ چڑیا بہت کم ملے گی, بلکہ نہیں ملے گی. چڑیا ایک صاف ستھرا پرندہ ہے نا, اچھا, اور گندگی سے دوڑ جاتا ہے. دوسری ایک وجہ جو ہے وہ ہے نوائز پولوشن, شور. یہ چڑیا جو ہے نا یہ کمیونیکیٹ کرتی ہے ایک دوسرے سے, سہیلیاں ہوتی ہیں چڑیاں, یہ بڑی چکو, اسی لیے تو چڑیوں کا چہچہانا, چڑیوں کا چہچہانا, یہ مطلب شاعری میں کتنا استعمال ہوتا ہے. آپ کے کانوں کو کتنا بھلا لگتا ہے جب چڑیاں چہچہاتی ہیں. میں کہتا ہوں جی کہ ساڈا چڑیاں دا چمبا, اب وہ چڑیاں کا چمبا ہی ختم ہو گیا نا. اچھا, پرابلم ہے پتہ ہے کیا, اتنی زیادہ نوائز پولوشن ہے کہ نوائز پولوشن بھی دوسری بڑی وجہ ہے اس کے ختم ہونے کی. ہمارے ہاں ایک اور مصیبت ہے, وہ ہے یہ جو چڑیاں آزاد کی جاتی ہیں. ٹھیک ہے, چڑیاں پکڑنے کے عمل میں جتنی چڑیاں ماری جاتی ہیں ان کو کوئی نہیں دیکھتا. ٹھیک, اچھا, پھر ایک چوتھے یا پانچویں نمبر پہ یہ گجرانوالہ کا یہ جو ہے کہ چڑے بھونے جاتے ہیں, باربیکیو کیے جاتے ہیں. اچھا, یہ بھی تم حیران ہوگے کہ یہ پاکستان میں واقعتاً اور باقی شہروں میں یہ کم ہے. یہ گجرانوالہ میں ہے یہ چڑیا کھانے کی عادت. وہ چڑی نہیں ہوتا, وہ اصل میں چڑا ہوتا ہے, اور وہ بھی بہت تیزی کے ساتھ کام ہو رہا ہے. تیسرے نمبر پہ سندھ سپیرو ہے. سندھ میں وہ ذرا چھوٹے سائز کی ہوتے ہیں اور اس کے نرب کے یہاں پہ اور ٹاپ پہ تھوڑا سرخ نشان سا ہوتا ہے. جو گجرانوالہ میں پکائے جاتے ہیں ان کو ٹری سپیرو کہا جاتا ہے, وہ ذرا قدرے بڑے سائز کے ہوتے ہیں. اچھا, اب یہ جو ہے نا یہ صرف گجرانوالہ میں نہیں کھائے جاتے تھے. ایک اور شہر بھی ہے دنیا میں, وہ ہے جاپان کا پہلا دارالحکومت کیوٹو. وہاں پہ فوڈ سٹریٹ کے طور پہ یہ بہت پاپولر فوڈ ہے, یعنی وہاں پر بھی بھون کے دیے جاتے ہیں اسی طرح ہی جس طرح گجرانوالہ میں پکتے ہیں, اسی طرح باربیکیو وہاں پر بھی اسی طرح بھون کے دیے جاتے ہیں, اور وہاں پر بہت پاپولر, آج بھی بہت پاپولر ہے وہاں پہ. اچھا, اب میں آپ کو ایک بڑی عجیب بات بتاتا ہوں. ہمیں تو پڑی ہوئی ہے کہ جی ہم نے کھانے ہیں یا یہ صدقے کے طور پہ, ثواب کے طور پہ آزاد کرنے ہیں اس لیے, لیکن ہمارے مطلب ماحول کو, انوائرمنٹ کو اس سے کتنا بڑا خطرہ ہے یہ آپ کے وہم و گمان میں بھی نہیں. میں آپ کو ایک مثال دوں گا بھائی جان, آپ سن کے حیران رہ جائیں گے. 1958 میں جب ماؤ زے تونگ چین کا رہنما بنا, اس نے آتے ہی ایک حکم جاری کیا کہ 4 چیزوں کا میں چین سے خاتمہ چاہتا ہوں. چوہوں کا, مکھیوں کا, مچھروں کا اور چڑیوں کا. اب وہ چونکہ ماؤ زے تونگ کا حکم تھا, سرکاری مشینری شروع ہو گئی اور وہ یہ 4 چیزوں کا خاتمہ کرنے پہ وہ تل گئے سارے. پہلی 3 چیزوں تو لامحالہ ظاہر ہے صفائی کے لیے نا ان کا تو. اچھا, جب انہوں نے چڑیوں کا خاتمہ کیا تو 2 سے 2.5 سال کے اندر اندر چین سے انہوں نے چڑیا نایاب کر دی, ان کے گھونسلے گرا دیے. چینی جس کام کے پیچھے پڑ جائیں پھر پتہ ہی ہے, اور وہ بھی ماؤ زے تونگ کا حکم ہو تو پھر آپ اندازہ کر سکتے ہیں کہ چینیوں نے کیا کیا ہوگا. تو جب وہ نایاب ہو گئی تو 1961 میں ٹڈی دل کا حملہ ہوا چین کے, اور وہ 80% فصلیں تباہ کر دیں ٹڈی دل. یہی چڑیا جو تھی یہ ٹڈی دل کھا جاتی تھی, ٹڈی دل کو لاروا سٹیج میں ہی کھا جاتی تھی. ٹھیک ہے, وہ اب چین میں اتنا خوفناک قسم کا قحط پڑا خوراک کا کہ 4 کروڑ بندے مر گئے. اور اس کی وجہ کیا تھی؟ چڑیوں کا مارنا. میں جی کسی بزرگ چڑی دی بد دعا لگ گئی ہونی. ہاں, پھر ماؤ زے تونگ کو اس کے ساتھیوں نے سمجھایا, اور وہ ماؤ زے تونگ کا کہنا یہ تھا کہ یہ میرے ملک کا اناج کھا جاتی ہیں اور میں اپنے ملک کے اناج کے ایک ایک دانے کی حفاظت کا ذمہ دار ہوں. اس کی نیت ٹھیک تھی, لیکن طریقہ کار جو تھا وہ غلط تھا. ان کو بتایا گیا کہ یہ جو ہے یہ فصلوں کے کیڑوں کو کھاتی ہے چڑیا, اس کو نہ مارو. پھر کیا کیا گیا کہ قحط ہے, ٹھیک ہے, فصلیں ہو نہیں رہی, ٹڈی دل کے بار بار حملے ہو رہے ہیں. پھر روس سے 10 لاکھ چڑیاں امپورٹ کی گئی, اور پھر ان کو چین میں چھوڑا گیا, ان کی افزائش نسل کی گئی, ان کے لیے ماحول سازگار ماحول دیا گیا. پھر دوبارہ یہ ٹریک پہ آیا. ہمارے ہاں بھی بھائی جان 1980 کی دہائی تک آپ کو یہ جو کپاس کے سونڈی ہے نا, یہ ڈنڈوں پہ تو آتی ہے یا پتوں پہ آتی ہے, یہ اتنی زیادہ 80 کی دہائی میں نہیں آتی, اس لیے کہ اس وقت آپ کے پاس یہ چڑیا جیسی نعمت موجود تھی. یہ سارے وہ جو کیڑے مکوڑے تھی وہ کھا جایا کرتی تھی فصلوں کے. اب
मैंने बताया कि 100 में से 90 तो खत्म हो गई, 10 चिड़ियां रह गई हैं। अब कौन सा चिड़ियां था, चंबा नहीं, चंबा तो नहीं, अब तो चंबी रह गई है चिड़ियों की। मैं ना जी 10 ਲੱਖ ਚੋਂ ਕਮ ਸੇ ਕਮ ਕੁਛ ਨਹੀਂ ਤੇ 9.5 ਲੱਖ ਤੇ ਆੜੂ ਗਰਨੇਡ ਹੀ ਖਾ ਗਏ ਆ ਜਿਹੜਾ ਹੱਲੇ ਤੱਕ ਖਾ ਰਹੇ ਆ। अच्छा, चिड़िया के बारे में मैंने बताया ना कि ये बड़ा साफ परिंदा है, बड़ा सेंसिटिव परिंदा है। इसके नहाने का अंदाज भी बहुत अजीब है। ये पहले अपने जिस्म पे मिट्टी मलती है चिड़िया, और फिर उसके बाद अपने जिस्म पे पानी डालती है, यानी साबुन के तौर पे मिट्टी मलती है, मिट्टी से अपने जरासीम धोती है, फिर उसके बाद अपने जिस्म पे पानी डालती है, यानी बैक्टीरिया अपने जिस्म से दूर रखती है। वाह वाह। वैसे माफ करना, असल जो नुकसान पहुंचाया है ना परिंदों को जिस चीज ने, वो आपने बताया नहीं। जंगलों की कटाई जो है ना, उससे भी बेशुमार परिंदा बेचारा जो है ना वो मर गया है। जाहिर है इसी तरह ही है ना, जिस तरह तुसी कहो जी के LD वाले आके मकान ढाते हैं। एक अंदाजे के मुताबिक पोल्यूशन और ये जंगलात की कटाई की वजह से दोनों लाजम मलजूम है, एक दूसरे के बहन भाई हैं। ये पूरी दुनिया में 1.5 अरब परिंदा मर जाता है। अच्छा, एक और बहुत बड़ी वजह चिड़ियों की जो आबादी है उसमें कमी की, वो ये बिल्लियों की तादाद में ज्यादती। हमारे यहाँ बिल्लियां आज से कुछ अर्सा पहले इतनी बड़ी तादाद में नजर नहीं आती थी, चूंकि हम वो गंदगी फैलाने के आदी हो गए, उसकी वजह से कुत्तों और बिल्लियों की तादाद में इजाफा हुआ है। बिल्लियों का महबूब या मरगूब तरीन ग़िज़ा जो है वो चिड़ियां है। वो बहुत आसानी के साथ तोते और चिड़िया को खा लेती है। बिल्लियां दाल लगा के बैठी होती हैं घास के ऊपर, चिड़ियां खेल रही हो ना तो फिर आराम आराम से जाती हैं। नाज़रीन, यहाँ में लेना एक छोटा सा वक्फा, हमारे साथ रहिएगा। बाज लोग पहाड़ नदियाँ ये देखने के शौकीन होते हैं, वो कहते हैं कि आप खर्चा कम ले लें और हमको इस रास्ते से डंकी लगवा दें, लेकिन असल मजा तो नाज़रीन, वतन अजीज में हर माह हजारों की तादाद में नौजवान, बल्कि कहना चाहिए बेरोजगार नौजवान, जाली एजेंटों के हाथों लुट जाते हैं, जो उन्हें बैरून मुल्क भिजवाने के सुहाने सपने दिखाकर उनकी जमा पूंजी से महरूम कर देते हैं। आज हस्बे हाल के कटहरे में खड़ा है ऐसा ही एक शातिर एजेंट। देखो ना जरा के लोगों को बाहर वाले मुल्कों में छोड़ने का कह के झांसा दे के करोड़ों रुपये लूट रहा है, जबकि इससे दाता साहब के बाहर चिड़ियां नहीं छोड़ी जाती। भाई आप लोगों को तो मेरा एहसानमंद होना चाहिए, आपके वो बच्चे जो काम नहीं करते थे जहाज में बिठा के दूसरे मुल्कों में वो काम कर रहे हैं। ओ भाई जरा ब्रेक लगाओ, ये बताओ कि कितने लोगों से पैसे लेते हो और उनमें से कितनों को तो यूं करके ले जाते हो? भाईजान ये जाने वाले पे डिपेंड करता है कि वो एडवेंचर पसंद करता है, एयर ट्रैवल कौन सा करना है। एडवेंचर? तुम उनको पहाड़ों की सैर कराते हो? शर्म करो। यही बात है, बाज लोग पहाड़ नदियाँ ये देखने के शौकीन होते हैं, वो कहते हैं कि आप खर्चा कम ले लें और हमको इस रास्ते से डंकी लगवा दें, लेकिन असल मजा तो वो इधर मत जाओ भाई, इधर हिंदुस्तान है, इधर क्यों जा रहे हो? बेचारा कटदा जहाज दी आवाज है, मगर कमजोरी दी वजह तो साइकिल दे वाल चो वाह कट ये जिस तरह के जहाज पे बिठा के भेजते हैं ना, उसकी आवाज ऐसी है, वो सिर्फ सपनों में ही आता है वो जहाज। ये बड़ा जुल्म ईमान से करते हैं ये लोग। तो लोग बेचारे नौजवान जो हैं, जो सेंसिटिव बच्चे, वो माँ का जेवर बिकवा देते हैं कि मैं जाके घुमाऊंगा, आप मुझे वीज़ा लगवा दें। बहनों का बच्चियों के जहेज बिकवा देते हैं, और इतने ये जालिम लोग हैं कि उनके साथ फ्रॉड कर जाते हैं। हाँ, कोई ले जाता है सचमुच या कोई सही काम कर रहा है तो उसको हम अप्रिशिएट करेंगे, चलो अच्छी बात है, मगर इसमें वाकई कोई 90% फ्रॉड ही है। जी हाँ, बिल्कुल। यार ये हमारे दुनिया न्यूज के मुमताज गोंदल साहब हैं, उनके अजीज हैं, उनसे एक बंदे ने अमेरिका बुलवाने का झांसा देकर $4 लाख वसूल किए। आलम हेड है, अंदाजा तो करो। उनको इतना नहीं पता लगा कि बाहर ते लुटने वाले खड़ देने। और बात पता है कहां से शुरू हुई? किसी 5 स्टार होटल में वो फ्राडिया बैठा हुआ था और इनके अजीज वहां बैठे बातें कर रहे थे
کنو کی مالٹے کی, تو وہ کہتے ہیں کہ جی آپ کا کنو مالٹے کا گھر, آپ ہمیں ذرا بھجوائیں. اس نے بھجوا دیا کنو مالٹے, وہاں سے تعلق شروع ہوا. کہتے ہیں جی $2000 دے, ہم آپ کو امریکہ کی نیشنلٹی لے کے دیں گے. انہوں نے 2000, 4000, 7000, 20000, لاکھوں روپے, تمام ثبوت ان کے پاس موجود ہے, تمام ثبوت, اور قانون خاموش ہے یہاں کا. سوری, آپ لوگ $4 لاکھ کی بات کر رہے ہیں. پاک ککو کا بیٹا پاکستانی 50 روپے ایڈوانس میں نے بیانہ پکڑا ہے, باقی پیسے انہوں دا پتر اتنے جا کے سیٹ ہو گیا ہے. پاسپورٹ ملا تو ਉਹ ਖਾਨੇ ਵਾਲ ਛੱਡ ਕੇ ਆਏ ਆ ਉਹਨੂੰ 50 ਰੁਪਏ ਚ. ਅੱਛਾ ਜਦੋਂ ਕਰਦਾ ਨਾ ਤੇ ਨਾਲ ਮੂੰਹ ਨੂੰ ਹਿਲਾਉਂਦਾ ਤੇ ਫੇਰ ਜ਼ੂ ਨਿਕਲਦਾ. चलो भाई रहने दो, फिरने दो अपनी जनरेशन को इसी सड़कों पे आवारा, सुनने दो उनको ताने. ਜ਼ਿਆਦਾ ਹੱਥ ਨਾ ਲਾ, ਉਹ ਕਾਨੇ ਵਾਲਾ ਬੜਾਵਾ ਲੱਗਣ ਦੇ ਇਹ तो उड़ना लग पवे किधर. गलत काम करते हो तो मानो. اصل میں ان لوگوں کی جو فنکاری ہے نا, وہ یہ ہے کہ جب یہ پھنساتے ہیں گاہک کو کہ کتنا آسان ہے کسی ملک میں جا کے سیٹل ہونا, ترکی, امریکہ, لندن, اٹلی, جیسے دیتے ہیں ادھر بڑی آزادی ہے. ہاں, اور جس طرح پھنساتے ہیں انسان, بڑے سے بڑا جو پڑھا لکھا بندہ ہے نا, وہ ان کے جال میں کیسے پھنستا ہے اس کو خود نہیں پتا چلتا. سر جی ان کے بارے میں بات بڑی مشہور ہے, آپ نے سنی ہوگی کہ انگریز جدوں گیا چند تے پہلی بار تے انہوں نے ویکھیا کہ پاکستانی پھرن دے تے انہاں کہا اسی کروڑاں روپے لا کے اوتے آئے, تسی کس طرح آئے ہو؟ کہندے سانو ایجنٹ چھڈ گیا. یعنی لوگوں کو نظر بھی آ رہا ہوتا ہے जी बिल्कुल. مگر اتنی مجبوریاں ہیں یہاں پہ, اتنی بھوک ہے, اتنی بے روزگاری ہے کہ لوگ بیچارے اسی آس پہ پیسے دیتے جاتے ہیں کہ شاید ہمیں لے ہی جائیں باہر. भाई اور نہیں ان کو پتا چل رہا ہوتا کہ انہوں نے کہاں سے آپ کو باہر چھوڑ کے آنا ہے. ਹਾਂ ਜੀ. اس بیچارے کو تو بوری میں بلی ڈال کے دیں, یہ نہر پہ نہیں چھوڑ کے آ سکتے. ان کا طریقہ واردات اس لیے کامیاب ہو جاتا ہے کہ ان لوگوں نے ایک سکسیس سٹوری رکھی ہوتی ہے, چاہے وہ جعلی ہو یا اصلی ہو. وہ بندہ آگے سینکڑوں لوگوں کو بتاتا ہے کہ جی میں اس کے ذریعے گیا تھا, حالانکہ اس کو پیسے دیے ہوتے ہیں ان لوگوں نے. کیا باتیں کر رہے ہیں بھائی جان. دیکھیے لوگ مجھ پہ اعتبار نہیں کرتے, ان کو میں چلتا پھرتا ڈالر, یورو, پاؤنڈ نظر آتا ہوں, وہ اس شکل میں اپنے بچے باہر بھیجتے ہیں بھائی. اور ان کا خاص جو طریقہ واردات ہوتا ہے نا, جس کی وجہ سے لوگ بیچارے پھنستے جاتے ہیں, وہ یہ ہوتا ہے کہ یہ کٹھی رقم نہیں مانگتے. مطلب یہ نہیں کہیں گے کہ 20 لاکھ لگے گا, مطلب شروع ہو جاتے ہیں کہ تسی جی 2 لاکھ روپے تے کرو نا بندوبست تے کر لینے ہیں. وہ بیچارہ 2 لاکھ کا بندوبست کر کے دے جاتا ہے, پھر کچھ دیر کے بعد کہہ دیتے ہیں کہ جی 3 لاکھ اور لے آؤ تے 5 سے تہاڈا کام ہو جانا ہے. وہ اوکھا سوکھا ہو کے کہتا ہے یار جتھے 2 دیتا ہے اتنے 3 بھی کر لا. اس طرح کرتے کرتے 20 25 لاکھ کئی لوگ دے چکے ہیں. تو بھائی جان ان کا تو نہیں پتا, یہ اپنا حمیدہ درزی لیڈیز کا کام کرتا ہے. 2 لاکھ میں اس کا پتر پہنچایا باہر کتنے پہنچایا جی 2 لاکھ میں؟ عمان. اسی طرح کے 3-4 انہوں نے ایگزامپلز رکھی ہوتی ہیں. اچھا پھر قسمیں اٹھا لیتے ہیں کہ ہم بندے باہر لے کے جاتے ہیں تو لے کے ادھر ہی جاتے ہیں, عمان, قطر, دبئی. حالانکہ اپنا انگلینڈ کا ان کا ویزا 10 سال سے نہیں لگا ہوتا. تو بندے کو کہہ دیتے ہیں جی انگلینڈ تے جناب کو بے حدہ کام ہے جی جانا تو انگلینڈ. اور لوگوں کی بدوئی اتنی ہوتی ہے, انہوں نے کہاں جانا ہے. یار پا تیک جی 1 منٹ, اپنا پا اصغر اس کا وڈا منڈا موریتانیہ سے انگریز نہیں ویاہ کے لے آیا ہے. یعنی جتھے سیکنڈ ہینڈ انگریزنیاں ملدیاں نا, نہیں ہوتی نہیں موریتانیہ میں انگریزی یار. اتھو ویاہ کے لایا موریتانیہ. ਮੋਰੀਤਾਨੀਆ. موریتانیہ تو یہ تو کہہ جی اشتہار لان واسطے شریش لے کے آیا. موریتانیہ تو مان بھی جائیے نیشنلٹی مل رہی ہے اس منڈے کو گوری کی وجہ سے. موریتانیہ ہاں جی ہاں جی. تینوں میں کسی دن پھاڑ کے نہ لتا تو کسی موری چ تو نہیں چھڑنا. اتھو پھر پورا منہ کٹ کے کمی تانیہ بیٹے میں موری میں پھنسا ہوں, مجھے نکالو. بس انہی باتوں سے تنگ آ کے میں نے یہ کنٹری چھوڑ جانی ہے. نہ تو نہ کر بیٹے, اسی خود 3 لاکھ تو پھڑ کے بد دعائیں لیتے ہو آپ لوگ, آپ کو شرم ہی نہیں آتی. آپ کو پتہ ہی نہیں ہے کہ کسی کی مجبوری سے فائدہ اٹھانا کتنا سخت گناہ ہے. کیا حال ہوتا ہے ان بیچاروں کا جن کے بچیاں بھی بیاہ سے رہ جاتی ہیں, جہیز ان کے بک جاتے ہیں, ماؤں کا زیور بک جاتا ہے. پیسے کے علاوہ ان کے کئی سال ضائع کر دیتے ہیں یار. اس دوران وہ کاروبار کر سکتے ہیں,
کہیں جاب کر سکتے ہیں, سارا وقت برباد کر دیتے ہیں. اور سب سے بڑا ظلم یہ ہے کہ یہ جو ڈنکی کرتے ہیں نا جی, اس میں کئی جانیں چلی گئی. بجائے کو گھر میں کوئی رزق روٹی آنے کے آنسو اور آہو بکا آ جاتی ہے. جہاں پہ جوان بندوں کے مر جانے کا کلیئر کٹ چانس نہیں, یقینی ہوتا ہے نا, اس کے بارے میں اگر بتائیں بھی نا پیش کی تو کہتے ہیں یہاں سے تھوڑا سا مشکل راستہ ہے, بس یہ نہیں بتاتا کہ یہاں پہ فائر ہو رہے ہوتے ہیں اوپر. بڑا ظلم ہے جی یہ باہر جانے والے کام میں تو بڑا ظلم. ناظرین یہاں میں لینا ایک چھوٹا سا وقفہ, ہمارے ساتھ رہیے گا. اچھا جی, آج یاد ماضی میں چارپائی کا ذکر کرنا چاہتا ہوں. چارپائی ویسے تو ابھی بھی نظر آتی ہے, جو چھوٹے چھوٹے گھر ہیں یا کچی آبادیوں میں, چھوٹے شہروں میں ابھی نظر آتی ہے چارپائی, مگر یہ شہروں میں بڑے گھروں سے چارپائی ختم ہو چکی ہے. بیڈ نے وہ جگہ لے لی ہے, اور بیڈ بھی پھر اب تو نوے ون سونے بن رہے ہیں بڑے اچھے ڈیزائنوں کے, اور ان میں بڑی جدت آتی جا رہی ہے. مگر یہ سارا کچھ جو ہے یہ صرف چارپائی ہی ادھر استعمال ہوتی تھی سونے کے لیے. چارپائی بڑے گھروں میں ہاں اس میں کچھ فرق ہوتے تھے, وہ میں آج آپ کو یاد کرواتا ہوں. اچھا, چارپائی ویسے تو اس کی جو بنائی ہے, عام چارپائی جو گھروں میں ہوتی تھی موویبل, جس کو سین میں خاص طور پہ رکھا جاتا تھا اور سین میں بچھا لیا جاتا تھا, پھر اٹھا لیا جاتا تھا, چھت پہ بھی لے جاتے تھے, باہر گلی میں بھی لے جاتے تھے. جو موویبل چارپائیاں ہوتی تھی نا جی, ان میں 2-3 قسم کی چارپائیاں ہوتی تھی. ایک ہوتی تھی پٹ سن سے بنی ہوئی, ایک ہوتی تھی سوتر سے بنی ہوئی, ایک ہوتی تھی ٹائر کاٹ کے تو بنائی ہوئی. پرانے ٹائر ہوتے تھے نا یہ سائیکلوں کے, ان کو کوئی انچی کا پٹی سی کاٹ لی جاتی تھی, اور وہ پھر جو فریم ہوتا تھا چارپائی کا, ان کے اوپر وہ کیلوں کے ساتھ ٹھوک لیا جاتا. ٹائر کی پٹیوں سے جو چارپائیاں بنی جاتی تھیں وہ عام طور پہ کمرشل پرپس کے لیے, ہوٹلوں پہ, کمرشل پرپس کے لیے, اور ایسی جگہوں پہ جہاں پہ تو چھاں کا پتہ نہیں ہے, بارش بورش اس پہ سارا کچھ ہو جاتا تھا. تو جو پٹسن کی چارپائی ہوتی تھی نا وان کی, وہ تھوڑا سا فاصلہ چھوڑ کے بنی جاتی تھی. اس پہ ویسے بھی لوگ لیٹ جاتے تھے, وہ چبھتی تھی بھی کمر پہ, مگر کپڑے شپڑے پہنے ہوئے جو بندہ لیٹ جاتا تھا, یا کپڑے نہیں پہنے ہوئے تو باریک سی چادر بچھا کے اس کے اوپر لیٹ جاتا. نہیں زیادہ چبھتی تھی وہ, ہاں اس سے ہوا اشوا لگتی تھی, ٹھنڈی چارپائی ہوتی تھی. وان کی چارپائی کا ایک ایڈوانٹیج یہ بھی ہوتا تھا کہ بعض لوگ خود اس کو گیلا کر کے پھر اس پہ لیٹتے تھے, پانی کا چھٹا. ہاں, اور یہ سوتر کی جو یا ڈوری کی چارپائی ہوتی تھی نا, یہ اکثر وہ چارپائیاں ہوتی تھی جو فکس ہوتی تھی, کمروں کے اندر فکس رکھ لی جاتی تھی, ان میں اتنا فاصلہ بھی نہیں تھا ہوتا. تھوڑی مہنگی بھی ہوتی تھی میرا کاسٹلی سوتر کی, ان کی بنائی جو ہے وہ ساتھ ہی ہوتی تھی, اس پہ پکا بستر لگا کے بیڈ کی جگہ وہ رکھی ہوتی تھی, اور اکثر وہ رنگین پاویوں والی ہوتی تھی. پائے ان کے رنگین ہوتے تھے چونکہ کمرے میں بیڈ روم میں وہ پڑی تھی, اور وہ جو رنگین پائے ہوتے تھے چارپائی کے, وہ بڑی اچھی دکانیں تھی ان کی, اور ان کے بڑے اچھے پینٹر تھے جو وہ رنگین پائے بناتے تھے, اور اس کو بڑے خوبصورت ڈیزائن, اوپر چڑیاں بنی ہوئی ہیں, پتیاں بنی ہوئی ہیں, اس طرح کی چیزیں, بڑا خوبصورت وہ پھول شول بنے ہوتے تھے. جیسے ٹرک کا آرٹ ہے اسی طرح وہ پائے پہ آرٹ کا. اور وہ چارپائیاں جو ہیں وہ ذرا مہنگی بھی ہوتی تھی اور فکس ہوتی تھی. پھر ان چارپائیوں کو آہستہ اس کی بنائی جو ہے وہ نائلون کی رسی کے ساتھ بھی ہونی شروع ہوئی. پھر آہستہ ان چارپائیوں کو یہ جو اپنا بیڈ کا ہوتا تھا نا جی, وہ کیا پٹی سی اتنی چوڑی, اسے نوار, اس کے ساتھ بھی چارپائیاں بننی شروع کر دی کئی لوگوں نے. تو یہ ایک عجیب سا ایک کام ہوتا تھا, بڑا لمبا چوڑا, اس سے بڑے لوگوں کا رزق وابستہ ہوتا تھا. وہ نوار کا جو ہوتا تھا وہ زیادہ تر وہ شادی بیاہ پہ دیتے تھے. پھر یہ چارپائیاں ٹھیک کرنے والے, ٹوٹی ہوئی چارپائیاں یا چارپائیاں بننے والے لوگ گلیوں میں چکر لگاتے ہیں. پھر چارپائی کو یہ دیمک سے بچانے کے لیے, آپ میں سے اگر کوئی گاؤں کے لوگ ہیں تو وہ یاد ہوگا, ان کو دیمک سے بچانے کے لیے پانی میں بچھا دیتے تھے. وہ پائے پانی سے گلے ہو جاتے تھے اور ان کو پھر دیمک نہیں لگتی. اچھا, پھر یہ جو چارپائی ہے یہ ایک دوسرے کو بھی دی جاتی تھی. کسی کے گھر مہمان آ گئے ہیں زیادہ, اور انہوں نے کہنا جی ہم سایوں کی طرف سے چارپائیاں دیں,
وہ پھر بچھا لینی ہے مہمانوں کے لیے، خاص طور پہ شادی بیاہوں میں، یا کوئی فنکشن گھر میں ہے تو وہ اس وقت تو شادی کے لیے لوگ ہفتہ پہلے آگے بیٹھ جاتے تھے، اور وچ کو اللہ دی رحمت نہ اگر کوئی گوگیر کا پراؤنا آ گیا ہے تے اگلے دا سال دا بجٹ اگے پیچھے ہو جاتا سی، گوگا ਤਾਂ ਅਕਸਰ 4-5 ਦਿਨ ਪਹਿਲੇ ਚਲੇ ਜਾਂਦਾ ਸੀ। ہاں جی اکثر چلا جاتا سی۔ ਤੇ ਫਿਰ ਉਹ ਮਾਂ ਕਹਿ ਰਹੀ ਹੁੰਦੀ ਸੀ ਭੈਣਾ ਇਹਨੂੰ ਮੰਜੀ ਰਹਿਣ ਦਿਓ پکے تھڑے ਤੇ ਬਿਸਤਰਾ ਕਰ ਦਿਓ। اچھا اسی چکر میں آہستہ 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 آپ کو یاد ہوگا کہ یہی چارپائیاں جو ہیں یہ باہر جو بچھائی ہوتی تھی دروازوں کے آگے یا گاؤں کے پنچایتوں میں یا ڈیریوں کے اوپر، وہ رنگین پایوں والی، وہ پھر آہستہ آہستہ لوہے کی ہو گئی، جی لوہے کی چارپائی پھر آ گئی، وہ بھی ہمارے سامنے آئی ہے۔ اچھا ایک چارپائی ہوتی تھی جو اکھاڑیوں میں پلوانوں کے پاس پڑی ہوتی تھی، بڑا منجا اسے کہتے تھے، منجا، وہ کوئی ماشاءاللہ کو 10 فٹ چوڑا اور 10 فٹ لمبا ہوتا تھا، چورس سا ایک، اس کے اوپر پلوان کو بیٹھا ہوا تکیہ لگا کے، 6 پائے ہوتے تھے ہاں اکثر۔ وہ بھی ایک چارپائی کی قسم ہے جو اکثر پہلوانوں کے ڈیروں پہ یا پہلوانوں کے اکھاڑوں پہ پڑا ہوا نظر آتا ہے۔ وہی بڑا منجا پھر میں نے لوہے کا بھی دیکھا ہے، کسی اکھاڑے میں میں نے وہ لوہے کا بھی دیکھا کہ وہ لوہے کا وہ بھی بن گیا۔ اور جب یہ سارا ماحول ہوتا تھا اس وقت اکثر شاپنگ کر کے آتے جاتے لوگ یا شہروں سے آتے جاتے لوگ جو ہے نا وہ بسوں میں آپ کو پائے یا وہ سیرو بائی وہ لے کے جاتے ہوئے نظر آتے تھے کہ جی کتوں پائے جو شہر گئے سن پاوے لین واسطے، وہ تو صرف گوگا جی بکرے دے پاوے ہی نہیں سن ہوندے، وہ تو منجی دے پاوے بھی لین جاندے سن لوگ۔ اچھا کچھ چارپائیوں کے بیڈ کی طرح ٹو بھی ہوتے تھے، وہ جو رنگین چارپائیاں ہوتی تھیں اور اس ٹو کے اوپر باقاعدہ شیشے بھی لگے بالکل بالکل۔ ناظرین یہ تھا آج کا حسب حال، اور آج کی چھوٹی سی بات یہ کہ ڈھونڈنے پہ وہ لوگ تو مل جاتے ہیں جو کھو گئے ہوں، وہ نہیں ملتے جو بدل گئے ہوں۔ خوش رہیں، خوش رکھیں، آپ سے ملاقات ہوگی انشاءاللہ کل، اللہ حافظ۔